ਤੁਸੀਂ ਨੇੜੇ ਹੋ। ਅੰਮ੍ਰਿਤ ਟੀਮ ਸਾਰਿਆਂ ਨੂੰ ਕੁਛ ਚੀਜ਼ਾਂ ਸ਼ੇਅਰ ਕਰਨੀਆਂ ਚਾਹੁੰਦੇ ਸੀਗੇ ਇੱਕ ਸ਼ਾਰਟ ਵੀਡੀਓ ਦੇ ਰਾਹੀਂ ਕਿ ਜਿਸ ਤਰ੍ਹਾਂ ਕਿ ਆਪਾਂ ਫੈਸਟੀਵਲ ਦੇ ਵਿੱਚ ਹੁਣ ਤਕਰੀਬਨ ਨੀਅਰਿੰਗ ਐਂਡ ਆ ਚੁੱਕੇ ਹਾਂ ਔਰ ਦੀਵਾਲੀ ਬਹੁਤ ਨਜ਼ਦੀਕ ਹੈ ਅਤੇ ਉਹਦੇ ਰਿਗਾਰਡਿੰਗ ਕੁਛ ਕਿਉਂਕਿ ਹੁਣ ਜ਼ਿਆਦਾ ਕੇਸਿਸ ਹੋਣ ਦੇ ਜਿਹੜੇ ਦਿਨ ਹੈਗੇ ਆ ਉਹ ਆ ਰਹੇ ਨੇ ਔਰ ਆਪਾਂ ਸਾਰੇ ਵਿਸ਼ ਵੀ ਇਹੀ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਬਿਜ਼ਨਸ ਮਿਲੇ ਔਰ ਕਾਫੀ ਰਸ਼ ਹੋਵੇ ਗੱਡੀਆਂ ਦੀ ਸੇਲ ਦਾ। ਸੋ ਉਹਦੇ ਰਿਲੇਟਡ ਇੱਕ ਦੋ ਕੁ ਚੀਜ਼ਾਂ ਅਸੀਂ ਤੁਹਾਡੇ ਨਾਲ ਰੋਹਿਤ ਠਾਕੁਰ ਜੀ ਮੇਰੇ ਨਾਲ ਨੇ ਰਿਸਕ ਹੈਡ ਅਸੀਂ ਤੁਹਾਡੇ ਨਾਲ ਡਿਸਕਸ ਔਰ ਸ਼ੇਅਰ ਕਰਨੀਆਂ ਚਾਹੁੰਦੇ ਹਾਂ ਕਿ ਇਹ ਗੱਲਾਂ ਨੂੰ ਅਸੀਂ ਬਹੁਤ ਧਿਆਨ ਨਾਲ ਇਸ ਦੀਵਾਲੀ ਦੇ ਵਿੱਚ ਇੰਪਲੀਮੈਂਟ ਕਰਨਾ ਔਰ ਖਿਆਲ ਰੱਖਣਾ ਹੈਗਾ। ਬੇਸਿਕਲੀ ਜੋ ਪਿਛਲੀਆਂ ਦੀਵਾਲੀਆਂ ਦੇ ਵਿੱਚ ਆਪਾਂ ਨੇ ਦੇਖਿਆ ਕਿ ਜਦੋਂ ਰਸ਼ ਪੈਂਦਾ ਹੈਗਾ ਅਤੇ ਉਦੋਂ ਕੁਛ ਚੀਜ਼ਾਂ ਨੂੰ ਆਪਾਂ ਇਗਨੋਰ ਕਰ ਜਾਂਦੇ ਹਾਂ ਔਰ ਉਹ ਇਗਨੋਰ ਕਰਨ ਦੇ ਨਾਲ ਸਾਨੂੰ ਬਾਅਦ ਦੇ ਵਿੱਚ ਫਾਈਨੈਂਸ਼ੀਅਲ ਲੋਸਿਸ ਬਹੁਤ ਜ਼ਿਆਦਾ ਹੁੰਦੇ ਨੇ। ਬਿਜ਼ਨਸ ਕਰਨਾ ਪੈਂਦਾ, ਦੀਵਾਲੀਆਂ ਵੀ ਲਾਉਣੀਆਂ ਪੈਂਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਕੇਸਿਸ ਭਰਨੇ ਵੀ ਪੈਂਦੇ ਨੇ, ਪਰ ਉਹਦੇ ਵਿੱਚ ਜੇ ਥੋੜ੍ਹੀ ਜਿਹੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਕਾਫੀ ਹੱਦ ਤੱਕ ਰਿਸਕ ਤੋਂ ਜਿਹੜਾ ਕਿ ਲੋਸਿਸ ਦਾ ਇੱਕ ਰਿਸਕ ਹੈਗਾ ਉਹ ਤੋਂ ਬਚ ਸਕਦੇ ਹਾਂ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਸਾਡੇ ਕੋਲ ਕਿਰਾਏਦਾਰ ਜਿਹੜੇ ਟੈਨੈਂਟਸ ਨੇ ਜਿਹੜੇ ਉਹਨਾਂ ਦੇ ਕੇਸਿਸ ਆਉਣਗੇ, ਕੋਈ ਪ੍ਰਵਾਸੀ ਬੰਦੇ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਹਿਮਾਚਲ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਜਿਹੜੇ ਕੇਸਿਸ ਸਾਨੂੰ ਕਰਨੇ ਪੈਂਦੇ ਨੇ ਔਰ ਤੁਸੀਂ ਜ਼ਰੂਰ ਇਹ ਗੱਲ ਕਹਿੰਦੇ ਰਹਿੰਦੇ ਹੋ ਕਿ ਜੀ ਉਹ 10 ਸਾਲ ਤੋਂ ਰਹਿ ਰਹੇ ਆ 15 ਸਾਲ ਤੋਂ ਰਹਿ ਰਹੇ ਆ ਅਤੇ ਉਹ ਕੇਸ ਚੰਗਾ ਜੀ ਉਹ ਕਰਨਾ ਚਾਹੀਦਾ। ਸਾਡੀ ਉਹਦੇ ਵਿੱਚ ਇੱਕੋ ਹੀ ਇੱਕ ਰਿਕੁਆਇਰਮੈਂਟ ਆ, ਇੱਕ ਰਿਕੁਐਸਟ ਆ ਸਾਰੇ ਐਗਜ਼ੀਕਿਊਟਿਵਸ ਨੂੰ, ਬ੍ਰਾਂਚ ਮੈਨੇਜਰਸ ਨੂੰ ਕਿ ਤੁਸੀਂ ਜਿਹੜਾ ਉਹਦੇ ਆਧਾਰ ਕਾਰਡ ਦੇ ਵਿੱਚ ਐਡਰੈਸ ਸਪੋਜ਼ਿਟਲੀ ਬਿਹਾਰ ਦਾ ਜਾਂ ਯੂਪੀ ਦਾ ਹੈਗਾ, ਤੁਸੀਂ ਸਾਨੂੰ ਉਹਦਾ ਜਿਹੜਾ ਕਰੰਟ ਐਡਰੈਸ ਆ ਡਿਊਰਿੰਗ FI ਉਹਦੇ ਵਿੱਚ ਜਿਹੜਾ ਕਾਲਮ ਬਣਿਆ ਹੋਇਆ ਉਹਦੇ ਵਿੱਚ ਉਹਦਾ ਕਰੰਟ ਐਡਰੈਸ ਪ੍ਰੋਪਰ ਕੰਪਲੀਟ ਵਿਦ ਪਿੰਨ ਕੋਡ ਫੀਡ ਕਰਨਾ। ਸਿਰਫ ਇਹ ਨਹੀਂ ਲਿਖ ਦੇਣਾ ਹੈਗਾ ਸਪੋਜ਼ਿਟਲੀ ਕਿ ਇਹ ਨਕੋਦਰ, ਬਟ ਜੇ ਉਹ ਸਪੋਜ਼ਿਟਲੀ ਨਕੋਦਰ 'ਚ ਰਹਿੰਦਾ, ਕਿਹੜੇ ਪਿੰਡ 'ਚ ਰਹਿੰਦਾ, ਕਿਸ ਪ੍ਰੋਪਰ ਉਹਦਾ ਐਡਰੈਸ ਜੋ ਉਹਦਾ ਪੋਸਟਲ ਐਡਰੈਸ ਹੈਗਾ ਅਸੀਂ ਉਹਨੂੰ ਵਿੱਚ ਫੀਡ ਕਰਨਾ ਔਰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਡਿਊਰਿੰਗ FI ਵੀ ਉਸ ਕਸਟਮਰ ਤੋਂ ਕੋਈ ਨਾ ਕੋਈ ID ਉਹਦੀ ਪੰਜਾਬ ਦੀ ਉਸ ਐਡਰੈਸ ਦੀ ਜ਼ਰੂਰ ਲਈ ਜਾਵੇ। ਕਿਸੇ ਵੀ ਕਿਸਮ ਦੀ ਹੋ ਸਕਦਾ ਵੀ ਉਹਨੇ ਜੇ ਆਧਾਰ 'ਤੇ ਐਡਰੈਸ ਉਹਦਾ ਯੂਪੀ ਦਾ ਜਾਂ ਬਿਹਾਰ ਦਾ ਜਾਂ ਕਿਸੇ ਵੀ ਜਗ੍ਹਾ ਹੋਰ ਦਾ ਹੈਗਾ, ਸਪੋਜ਼ਲੀ ਲੁਧਿਆਣੇ ਦਾ ਜਾਂ ਉਹ ਰਹਿੰਦਾ ਨਕੋਦਰ 'ਚ, ਉਹਦੇ ਕੋਲ ਨਕੋਦਰ ਦੀ ਕੋਈ ਨਾ ਕੋਈ ID ਜ਼ਰੂਰ ਹੋਊਗੀ ਜਿਹੜੀ ਉਹਨੇ ਯੂਜ਼ ਕੀਤੀ ਹੋਊਗੀ, ਕੋਈ MC ਤੋਂ ਕੁਛ ਲਿਖਾ ਕੇ ਰੱਖਿਆ ਹੋਊਗਾ, ਪੰਚਾਇਤ ਤੋਂ ਲਿਖਾ ਕੇ ਰੱਖਿਆ ਹੋਊਗਾ, ਉਹ ਚੀਜ਼ ਡਾਕੂਮੈਂਟ ਕੋਸ਼ਿਸ਼ ਕਰਨੀ ਆ ਔਰ ਉਹਨੂੰ ਨਾਲ ਆਪਾਂ ਨੇ ਅਟੈਚ ਕਰਨਾ ਹੈਗਾ। ਫਾਈਲ ਦੇ ਵਿੱਚ ਉਹਦੀ ਹਾਰਡ ਕਾਪੀ ਐਟਲੀਸਟ ਲਾਈ ਜਾਵੇ, ਉਹਦੀ ਪਿਕ ਉੱਥੇ ਕਲਿੱਕ ਕਰ ਲਈ ਜਾਵੇ ਜਦੋਂ ਉਹਦੀ ਘਰ FI 'ਤੇ ਜਾਂਦੇ ਹਾਂ ਔਰ ਉਹਨੂੰ ਪ੍ਰਿੰਟ ਕੱਢ ਕੇ ਫਾਈਲ ਦੇ ਵਿੱਚ ਲਗਾਇਆ ਜਾਵੇ। ਪਰ ਐਡਰੈਸ ਡਿਊਰਿੰਗ FI ਉਹ ਕੰਪਲੀਟ ਕਰਨਾ ਹੈਗਾ, ਹਰੇਕ ਐਗਜ਼ੀਕਿਊਟਿਵ ਦੀ ਇਹ ਰਿਸਪੋਂਸੀਬਿਲਿਟੀ ਹੋਊਗੀ ਵੀ ਜਿਹੜਾ ਕਿਰਾਏਦਾਰ ਆ ਉਹਦਾ ਕਰੰਟ ਐਡਰੈਸ ਡਿਊਰਿੰਗ FI ਉਹਦੇ ਐਪ ਦੇ ਵਿੱਚ ਉਹਨੂੰ ਫੀਡ ਕਰਨਾ ਹੈਗਾ ਕੰਪਲੀਟ। ਐਂਡ ਦੂਸਰਾ ਹੈਗਾ ਕਿ ਇੱਥੋਂ ਇੱਕ ਤਾਂ ਕਿਰਾਏਦਾਰਾਂ ਦਾ ਰਿਸਕ ਸਾਡਾ ਘਟੂਗਾ ਆਫ ਡਿਫਾਲਟ ਜਾਂ ਲੱਭਦੇ ਨਹੀਂ ਬਾਅਦ ਦੇ ਵਿੱਚ। ਸੈਕੰਡ ਹੈਗਾ ਕਿ ਜਿਹੜਾ ਸਿਬਲ 100% ਚੈੱਕ ਕਰਵਾ ਕੇ ਹੀ ਫਾਈਲਸ ਨੂੰ ਅਸੀਂ ਐਕਸੈਪਟ ਕਰਨਾ ਹੈਗਾ। ਜੇ ਤੁਸੀਂ ਬਾਅਦ ਦੇ ਵਿੱਚ ਕਹੋ ਕਿ ਜੀ ਇਹ ਡੀਲਰ ਕੋਲ ਫਾਈਲਸ ਪਈਆਂ ਨੇ, ਇਹਦੀਆਂ ਹੁਣ ਲੀਡਸ ਕ੍ਰੀਏਟ ਕਰ ਦਈਏ, ਦੀਵਾਲੀ ਦੇ ਕੇਸਿਸ ਨੇ ਔਰ ਆਪਾਂ ਉਹਨਾਂ ਨੂੰ 4 ਤਰੀਕ ਤੋਂ ਬਾਅਦ 7 ਤਰੀਕ ਨੂੰ 8 ਤਰੀਕ ਨੂੰ ਲੌਗਇਨ ਕਰਾਂਗੇ, ਉਹ ਅਸੀਂ ਲੌਗਇਨ ਐਕਸੈਪਟ ਨਹੀਂ ਕਰਨੀ। ਸਾਰੇ ਬ੍ਰਾਂਚ ਮੈਨੇਜਰਸ ਆਪਣੇ ਐਗਜ਼ੀਕਿਊਟਿਵਸ ਨੂੰ ਗਾਈਡ ਕਰੋ ਕਿ ਨਾਲ ਦੀ ਨਾਲ ਸਿਬਲ ਆਪਣਾ ਲੀਡ ਕ੍ਰੀਏਟ ਕਰਕੇ ਸਿਬਲ ਕਰਨੇ ਨੇ ਸੇਮ ਡੇ। ਸਿਬਲ ਦੀਆਂ ਸਾਈਟਸ ਐਕਟਿਵ ਨੇ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਕਿਤੇ ਵੀ ਅਸੀਂ ਬਾਅਦ ਦੇ ਵਿੱਚ ਕੋਈ ਵੀ ਫਾਈਲ ਐਕਸੈਪਟ ਨਹੀਂ ਕਰਾਂਗੇ। ਸੋ ਇਹਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਜੋ ਬਾਅਦ ਦੇ ਵਿੱਚ ਕੇਸਿਸ ਹੁੰਦੇ ਨੇ ਉਹ ਨਾਰਮਲੀ ਕਿਸੇ ਹੋਰ ਫਾਈਨੈਂਸ ਕੰਪਨੀ ਜਾਂ ਬੈਂਕ ਦੇ ਰਿਜੈਕਟਡ ਹੁੰਦੇ ਨੇ ਔਰ ਉਹ ਬਾਅਦ ਦੇ ਵਿੱਚ ਉਹ ਅੰਮ੍ਰਿਤ ਦੇ ਵਿੱਚ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅਸੀਂ ਕਈ ਦੀਵਾਲੀਆਂ 'ਚ ਪਾਸਟ ਦੇ ਵਿੱਚ ਦੇਖਿਆ ਉਹ ਲੋਸਿਸ ਵਾਲੇ ਕੇਸਿਸ ਨੇ, ਅਸੀਂ ਉਹ ਬਿਲਕੁਲ ਪਿਕਅਪ ਨਹੀਂ ਕਰਨੇ। ਐਗਜ਼ੀਕਿਊਟਿਵਸ ਨੂੰ ਸਾਰਿਆਂ ਨੂੰ ਰੋਹਿਤ ਜੀ ਨੇ ਦੱਸਿਆ ਹੋਇਆ ਆ ਕਿ 100 ਰੁਪੀਜ਼ ਪਰ ਕੇਸ ਇਨਸੈਂਟਿਵ ਆ, ਤੁਸੀਂ ਵੱਧ ਤੋਂ ਵੱਧ ਕੇਸਿਸ ਭਰੋ ਔਰ ਪਹਿਲੀਆਂ 6 ਇੰਸਟਾਲਮੈਂਟਸ ਦੀ ਕਲੈਕਸ਼ਨ ਦੇ ਉੱਤੇ 50 ਰੁਪੀਜ਼ ਪਰ ਇੰਸਟਾਲਮੈਂਟ ਜਿਹੜਾ ਉਹ ਇਨਸੈਂਟਿਵ ਆ। ਮਤਲਬ 6 ਕਿਸ਼ਤਾਂ ਤੁਸੀਂ ਲੈ ਰਹੇ ਹੋ ਤਾਂ 300 ਰੁਪਇਆ ਤੁਹਾਨੂੰ ਅਲੱਗ ਤੋਂ ਇਨਸੈਂਟਿਵ ਉਹ ਹੋ ਗਿਆ। ਉਹ 400 ਰੁਪਏ ਪਰ ਕੇਸ ਤੁਸੀਂ ਅਰਨ ਕਰਨਾ ਹੈਗਾ।
ਇਸ ਕਰਕੇ ਉਹ ਤਾਂ ਹੀ ਹੋਊਗਾ ਜੇ 100% ਕਲੈਕਸ਼ਨ ਹੋਊਗੀ। 99% ਕਲੈਕਸ਼ਨ 'ਤੇ ਵੀ ਉਹ ਇਨਸੈਂਟਿਵ ਨਹੀਂ ਮਿਲੇਗਾ। ਤੇ ਇਸ ਕਰਕੇ ਤੁਸੀਂ ਆਪ ਹੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਵੀ ਇਸ ਕਿਸਮ ਦਾ ਕੋਈ ਵੀ ਕੇਸ ਬਾਅਦ ਦੇ ਵਿੱਚ ਕੋਈ ਵੀ ਫਾਈਲ ਜਿਹੜੀ ਕਿ ਡੀਲਰ ਸਾਨੂੰ ਬਾਅਦ ਦੇ ਵਿੱਚ ਦੇਵੇ ਕਿ ਜੀ ਹੁਣ ਇਹਦੀ ਲੀਡ ਕ੍ਰੀਏਟ ਕਰਕੇ ਸਿਬਲ ਕਰ ਲਓ, ਉਹ ਨਹੀਂ ਅਸੀਂ ਐਕਸੈਪਟ ਕਰਨੀ ਹੈ। ਸੋ ਉਹ ਬਹੁਤ ਕੇਅਰਫੁਲੀ ਸਿਬਲ ਨੂੰ ਨਾਲੋਂ ਨਾਲ ਤੁਸੀਂ ਸੇਮ ਡੇ ਧਨਤੇਰਸ 'ਤੇ ਦਿਵਾਲੀ ਦੇ ਵਿਚਕਾਰ ਜਿਹੜਾ ਬੁੱਧਵਾਰ ਇੱਕ ਦਿਨ ਪਹਿਲਾਂ ਆ ਰਿਹਾ, ਉਹਦੇ ਤੁਸੀਂ ਖਿਆਲ ਰੱਖਣਾ ਹੈਗਾ ਕਿ ਜਦੋਂ ਰਸ਼ ਪਏਗਾ ਕਿ ਸਾਡੇ ਇਸ ਟੋਟਲ ਸਿਬਲ ਨਾਲੋਂ ਨਾਲ ਹੋਏ ਹੋਣੇ ਚਾਹੀਦੇ ਨੇ। ਥਰਡ ਹੈਗਾ ਕਿ ਰਿਜੈਕਟਡ ਕੇਸਿਸ ਸਿਬਲ ਦੇ ਵਿੱਚ। ਹੁਣ ਕਾਫੀ ਕੇਸਿਸ ਦੇ ਸਕੋਰਸ ਕਸਟਮਰ ਦੇ ਥੱਲੇ ਹੁੰਦੇ ਨੇ, 300 ਸਕੋਰ ਹੁੰਦਾ, ਹੋਰ ਇਸ਼ੂਜ਼ ਨਿਕਲੇ ਆਉਂਦੇ ਨੇ, ਉਹ ਐਗਜ਼ੀਕਿਊਟਿਵ ਲੈਵਲ 'ਤੇ ਅਸੀਂ ਅਪਰੂਵ ਨਹੀਂ ਕਰਨੇ। ਨਾ ਸਾਡੇ ਕੋਲ ਵੀ ਹੈਡ ਆਫਿਸ ਦੇ ਵਿੱਚ ਇੰਨਾ ਟਾਈਮ ਹੋਣਾ ਉਹਨਾਂ ਦਿਨਾਂ ਦੇ ਵਿੱਚ ਕਿ ਇੰਨੇ ਐਗਜ਼ੀਕਿਊਟਿਵ ਦੀ ਸਾਨੂੰ ਕਾਲਸ ਆਉਣ। ਉਹ ਬ੍ਰਾਂਚ ਮੈਨੇਜਰ ਨੇ ਕਾਲ ਲੈਣੀ ਆ, ਬ੍ਰਾਂਚ ਮੈਨੇਜਰ ਅਪਰੂਵਲ ਲੈਣਗੇ। ਮਤਲਬ ਐਗਜ਼ੀਕਿਊਟਿਵ ਨੂੰ ਅਸੀਂ ਕਹਿ ਦਿੱਤਾ ਰਿਜੈਕਟਡ ਆ, ਜੇ ਐਗਜ਼ੀਕਿਊਟਿਵ ਕਹਿੰਦਾ ਕਿ ਜੀ ਡੀਲਰ ਕਹਿ ਰਿਹਾ ਕਰੋ ਜਾਂ ਤੁਸੀਂ ਉਹਨੂੰ ਕਰਨਾ ਚਾਹੁੰਦੇ ਹੋ, ਤੇ ਉਹ ਬ੍ਰਾਂਚ ਮੈਨੇਜਰ ਉਹਨੂੰ ਰਿਕਮੈਂਡ ਕਰੂਗਾ। ਅਸੀਂ ਬ੍ਰਾਂਚ ਮੈਨੇਜਰ ਤੋਂ ਨੋਟ ਕਰਾਂਗੇ, ਉਹਦੇ ਵਿੱਚ ਅਸੀਂ ਨੋਟ ਲਾਵਾਂਗੇ ਕਿ ਬ੍ਰਾਂਚ ਮੈਨੇਜਰ ਨੇ ਅਪਰੂਵ ਕਰਾਇਆ ਸੀ ਔਰ ਕੀ ਰੀਜ਼ਨ ਦਿੱਤੇ ਸੀ, ਸੋ ਦੈਟ ਅਸੀਂ ਕਲੈਕਸ਼ਨ ਲਈ ਬ੍ਰਾਂਚ ਮੈਨੇਜਰ ਨੂੰ ਪੁੱਛਣਾ, ਬ੍ਰਾਂਚ ਮੈਨੇਜਰ ਨੇ ਅੱਗੇ ਐਗਜ਼ੀਕਿਊਟਿਵ ਨੂੰ ਪੁੱਛਣਾ। ਸੋ ਸਾਰੇ ਐਗਜ਼ੀਕਿਊਟਿਵਸ ਨੂੰ ਗਾਈਡ ਕਰੋ ਕਿ ਸਿਰਫ ਬ੍ਰਾਂਚ ਮੈਨੇਜਰ ਹੀ ਘੱਟ ਸਿਬਲ ਵਾਲੇ ਸਕੋਰਸ ਜਿਨ੍ਹਾਂ ਦੇ ਲੋਕਾਂ ਦੇ ਹੈਗੇ ਉਹਨਾਂ ਦੀ ਅਪਰੂਵਲ ਲਈ ਜੇ ਕਿਤੇ ਜ਼ਰੂਰਤ ਆ ਔਨ ਬੇਸਿਸ ਆਫ FI ਜਾਂ ਰੈਫਰੈਂਸ, ਉਹ ਸਿਰਫ ਬ੍ਰਾਂਚ ਮੈਨੇਜਰ ਅਪਰੋਚ ਕਰੂਗਾ, ਸਾਨੂੰ ਐਗਜ਼ੀਕਿਊਟਿਵ ਨਹੀਂ ਕਰਨਗੇ, ਅਸੀਂ ਐਂਟਰਟੇਨ ਨਹੀਂ ਕਰਨੇ ਐਗਜ਼ੀਕਿਊਟਿਵਸ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈਗਾ LTV ਦਾ, ਲੋਨ ਟੂ ਵਹੀਕਲ। ਜਿਹੜਾ ਲੋਨ ਅਮਾਊਂਟ ਹੈਗਾ ਉਹ ਜੋ ਡਿਫਾਈਨਡ ਆ, ਹਰ ਬ੍ਰਾਂਚ ਦਾ ਅਲੱਗ-ਅਲੱਗ ਆ, ਏਰੀਆ ਵਾਈਜ਼ ਆ, ਪ੍ਰੋਡਕਟ ਵਾਈਜ਼ ਆ, ਕਿਤੇ ਵੀ ਉਹਨੂੰ ਐਕਸੀਡ ਨਹੀਂ ਕੀਤਾ ਜਾਊਗਾ। ਕਿਤੇ ਵੀ ਜੇ ਐਕਸੀਡ ਕਰੋਗੇ ਤੁਸੀਂ ਕਹੋਗੇ ਜੀ ਵੀ ਇਹ ਫਾਈਲ 95% ਤੇ 92%, 93% ਤੇ ਪਿਕਅਪ ਕਰਨੀ ਆ, ਅਸੀਂ ਬਿਲਕੁਲ ਫਾਈਲ ਰਿਜੈਕਟ ਕਰ ਦੇਣੀ ਆ। ਡੀਲਰਸ ਨਾਲ ਆਪਣੀ ਪ੍ਰੋਬਲਮ ਬਾਅਦ 'ਚ ਕ੍ਰੀਏਟ ਹੋਊਗੀ। ਐਗਜ਼ੀਕਿਊਟਿਵ ਦੀ ਜ਼ਿੰਮੇਵਾਰੀ ਹੈ ਵੀ ਕੋਈ ਵੀ ਲੋਨ ਫਾਈਲ ਜਿੰਨਾ ਡਿਫਾਈਨਡ, ਜੇ ਹਜੇ ਵੀ ਕਿਸੇ ਨੂੰ ਡਾਊਟ ਆ ਬ੍ਰਾਂਚ ਮੈਨੇਜਰ ਨੂੰ, ਐਗਜ਼ੀਕਿਊਟਿਵ ਨੂੰ ਵੀ ਕਿੰਨਾ ਲੋਨ ਕਰਨਾ ਹੈਗਾ, ਉਹਨਾਂ ਦੀ ਬ੍ਰਾਂਚ ਬਾਰੇ ਸਪੈਸੀਫਾਈਡ ਰੋਹਿਤ ਠਾਕੁਰ ਜੀ ਕੋਲੇ ਡਿਟੇਲਸ ਹੈਗੀਆਂ, ਅੱਜ ਕਲੀਅਰ ਕਰ ਲਓ, ਕੱਲ੍ਹ ਨੂੰ ਕਲੀਅਰ ਕਰ ਲਓ। ਬਟ ਕੋਈ ਵੀ ਐਕਸੈਸ ਫੰਡਿੰਗ ਅਸੀਂ ਐਕਸੈਪਟ ਨਹੀਂ ਕਰਨੀ। ਅਗਰ ਕੋਈ ਵੀ ਐਕਸੈਸ ਫੰਡਿੰਗ ਆ ਗਈ ਔਰ ਅਸੀਂ ਉਹ ਜਿਹੜੀ ਐਕਸੈਸ ਫੰਡਿੰਗ ਦਾ ਅਮਾਊਂਟ ਆ ਐਗਜ਼ੀਕਿਊਟਿਵ ਦੀ ਸੈਲਰੀ ਜਾਂ ਉਹਦੇ ਇਨਸੈਂਟਿਵ ਦੇ ਵਿੱਚ ਐਡਜਸਟ ਕਰ ਦੇਣਾ ਹੈਗਾ। ਸੋ ਇਸ ਕਰਕੇ ਤੁਸੀਂ ਪਲੀਜ਼ ਆਪਣਾ ਨੁਕਸਾਨ ਵੀ ਨਹੀਂ ਕਰਵਾਉਣਾ ਔਰ ਕੰਪਨੀ ਦਾ ਨੁਕਸਾਨ ਨਹੀਂ ਕਰਨਾ। ਕਿਤੇ ਵੀ ਐਕਸੈਸ ਫੰਡਿੰਗ ਦੀ ਫਾਈਲ ਤੁਸੀਂ ਪਿਕਅਪ ਨਹੀਂ ਕਰਨੀ ਹੈਗੀ ਹੈ। ਇਸੇ ਤਰ੍ਹਾਂ ਅਗਲਾ ਪੁਆਇੰਟ ਹੈ ਰੇਟ ਆਫ ਇੰਟਰਸਟ। ਰੇਟ ਆਫ ਇੰਟਰਸਟ ਦੀ ਵੇਰੀਏਸ਼ਨ ਅਸੀਂ ਕੋਈ ਵੀ ਐਕਸੈਪਟ ਨਹੀਂ ਕਰਨੀ। ਜੋ ਡਿਫਾਈਨਡ ਰੇਟਸ ਹੈਗੇ ਜਿਸ ਬ੍ਰਾਂਚ ਦੇ, ਜਿਸ ਲੋਕੇਸ਼ਨ ਦੇ, ਜਿਸ ਡੀਲਰ ਦੇ ਜੋ ਰੇਟਸ ਡਿਫਾਈਨਡ ਆ, ਉਹਨਾਂ ਰੇਟਸ ਦੇ ਉੱਤੇ ਹੀ ਫਾਈਲਸ ਭਰੀਆਂ ਜਾਣਗੀਆਂ। ਜੇ ਕੋਈ ਹਜੇ ਵੀ ਇਹਦੇ ਵਿੱਚ ਫਿਰ ਮੈਂ ਕਹਿ ਰਿਹਾ ਵੀ ਜੇ ਕਿਸੇ ਨੂੰ ਕੋਈ ਕਲੈਰੀਫਿਕੇਸ਼ਨ, ਕੋਈ ਡਾਊਟਸ ਨੇ ਕਿ ਕਿਸ ਰੇਟ 'ਤੇ ਕੀ ਕਰ ਰਹੇ ਆ, ਕਿੱਥੇ ਅਸੀਂ ਕਰਨਾ, ਉਹ ਤੁਸੀਂ ਰੋਹਿਤ ਠਾਕੁਰ ਜੀ ਕੋਲੋਂ ਸਪੈਸੀਫਿਕਲੀ ਕੁਝ ਕਲੀਅਰ ਕਰਨਾ ਚਾਹੁੰਦੇ ਆ ਤਾਂ ਹੁਣ ਕਰ ਲਓ। ਬਾਅਦ ਦੇ ਵਿੱਚ ਜੇ ਸਾਨੂੰ ਡੇਵੀਏਸ਼ਨ ਲੱਗੀ ਕਿ ਤੁਸੀਂ ਘੱਟ ਰੇਟ 'ਤੇ ਕੇਸਿਸ ਭਰੇ ਨੇ, ਅਗੇਨ ਉਹ ਤੁਹਾਡੇ ਇਨਸੈਂਟਿਵ ਦੇ ਵਿੱਚੋਂ ਉਹ ਜਿਹੜਾ ਹੈਗਾ ਅਸੀਂ ਉਹ ਜਿਹੜੇ ਲਾਸਿਸ ਨੇ ਉਹ ਅਸੀਂ ਜਿਹੜਾ ਬੈਲੈਂਸ ਆ ਉਹ ਅਸੀਂ ਕਵਰ ਕਰਨਾ ਹੈਗਾ। ਬ੍ਰਾਂਚ ਦੇ ਪ੍ਰੋਪਰ ਟੋਟਲ ਇਨਸੈਂਟਿਵ ਦੇ ਵਿੱਚੋਂ ਅਸੀਂ ਕੱਟ ਲੈਣਾ। ਸੋ ਸਾਰਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਨਾ ਕਿਸੇ ਐਗਜ਼ੀਕਿਊਟਿਵ ਦਾ ਅਸੀਂ ਚਾਹੁੰਦੇ ਵੀ ਕਰਿਆ ਜਾਵੇ, ਨਾ ਕਿਸੇ ਕੰਪਨੀ ਵਾਸਤੇ ਤੁਸੀਂ ਕਰਨਾ ਹੈਗਾ। ਸੋ ਲੋਐਸਟ ਰੇਟਸ 'ਤੇ ਇਸ ਟਾਈਮ ਕੰਮ ਕਰ ਰਹੇ ਹਾਂ, ਇਸ ਤੋਂ ਥੱਲੇ ਨਹੀਂ ਜਾਇਆ ਜਾਣਾ ਅਤੇ ਤੁਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈਗਾ। ਐਂਡ ਜਿਹੜਾ ਹੈਗਾ ਜੀਓ ਟੈਗਿੰਗ ਪਹਿਲਾਂ ਵੀ ਇਹੀ ਪਿਛਲੇ 1.5 ਮਹੀਨੇ ਤੋਂ ਆਪਾਂ ਫੋਲੋ ਕਰ ਰਹੇ ਹਾਂ ਕਿ ਜੀਓ ਟੈਗਿੰਗ ਮਸਟ ਆ ਕਸਟਮਰ ਦੇ ਘਰ ਦੀ ਡਿਊਰਿੰਗ FI ਔਰ ਇਹ ਮੈਂਡੇਟਰੀ ਆ। ਉਹਨੂੰ ਐਟ ਦਾ ਅਰਲੀਐਸਟ ਆਪਾਂ ਦਿਵਾਲੀ ਤੋਂ ਬਾਅਦ ਕੰਪਲੀਟ ਕਰਨਾ, ਬਿਕੋਜ਼ ਇਹ ਇਨਸੈਂਟਿਵ ਜਿਹੜਾ ਤੁਹਾਨੂੰ ਦੱਸ ਰਹੇ ਆ ਕਿ 400 ਰੁਪਏ ਇਨਸੈਂਟਿਵ ਆ, ਇਨਕਲੂਡਿੰਗ ਜਿਹੜੀ 6 ਕਿਸ਼ਤਾਂ ਦੀ ਕਲੈਕਸ਼ਨ ਦਾ 50-50 ਰੁਪਏ ਉਹਦਾ ਅਤੇ ਪਲੱਸ 100 ਰੁਪੀਸ ਫਾਈਲ ਦਾ, ਉਹ ਤਾਂ ਹੀ ਐਪਲੀਕੇਬਲ ਆ ਅਗਰ ਜੀਓ ਟੈਗਿੰਗ ਸਾਨੂੰ ਉਹਦੀ ਪ੍ਰੋਪਰ ਹੋਈ ਮਿਲੇਗੀ। ਜਿਸ ਕੇਸ ਦੀ ਨਹੀਂ ਹੋਈ ਮਿਲੇਗੀ ਉਹਦਾ ਇਨਸੈਂਟਿਵ ਨਹੀਂ ਹੋਣਾ। ਸੋ ਬੀ ਵੈਰੀ ਕੇਅਰਫੁਲ ਕਿ ਅਸੀਂ ਐਟ ਦਾ ਅਰਲੀਐਸਟ ਦਿਵਾਲੀ ਤੋਂ ਬਾਅਦ ਸਾਰੇ ਜੀਓ ਟੈਗ ਕਸਟਮਰਸ ਦੇ ਘਰ ਡਿਊਰਿੰਗ FI ਕਰਨੇ ਨੇ ਔਰ FI ਬਹੁਤ ਸਟਰੋਂਗ ਰੱਖਣੀ ਆ ਕਿਉਂਕਿ ਅਸੀਂ 100% ਕਲੈਕਸ਼ਨ ਮੋਡ ਦੇ ਵਿੱਚ ਅੱਗੇ ਬਿਜ਼ਨਸ ਕਰਨਾ ਹੈਗਾ। ਜੋ ਵੀ BMs ਇਸ ਚੀਜ਼ ਨੂੰ ਧਿਆਨ ਦੇਣ ਕਿ ਪਹਿਲਾਂ ਵਾਂਗੂ ਕਲੈਕਸ਼ਨਸ ਦੇ ਉੱਤੇ ਸਾਡਾ ਹੁਣ ਬਹੁਤ ਜ਼ਿਆਦਾ ਫੋਕਸ ਆ। ਪਹਿਲਾਂ ਵਾਂਗੂ ਅਸੀਂ ਬਿਲਕੁਲ ਇਗਨੋਰ ਨਹੀਂ ਕਰ ਰਹੇ। ਹਰ ਐਗਜ਼ੀਕਿਊਟਿਵ ਨੂੰ ਪੁਸ਼ ਕਰਨਾ, 100% ਕਲੈਕਸ਼ਨ ਕਰਵਾਉਣੀ, ਇਹ BM ਦੀ ਰਿਸਪੌਂਸਿਬਿਲਿਟੀ ਹੋਏਗੀ। ਸੋ ਬਿਲਕੁਲ ਕੋਈ ਗਲਤ ਕੇਸ 10 ਕੇਸ ਘੱਟ ਭਰ ਲਿਓ, ਪਰ ਕੋਈ ਇੱਦਾਂ ਦਾ ਕੇਸ ਨਹੀਂ ਭਰਨਾ ਜਿਹਤੇ ਤੁਹਾਨੂੰ ਕੱਲ੍ਹ ਨੂੰ ਕਲੈਕਸ਼ਨ ਦੀ ਪ੍ਰੋਬਲਮ ਆਵੇ। ਔਰ ਲਾਸਟ ਪੁਆਇੰਟ ਜਿਹੜਾ ਹੋਰ ਸੀਗਾ ਉਹ ਹੈਗਾ ਰਿਗਾਰਡਿੰਗ ਦ ਲੋਨ ਫਾਈਲਸ।
ਲੋਨ ਫਾਈਲ ਜਿਸ ਤਰ੍ਹਾਂ ਕਿ ਤੁਹਾਨੂੰ ਰੋਹਿਤ ਜੀ ਨੇ ਪਹਿਲਾਂ ਵੀ ਦੱਸਿਆ ਹੈਗਾ ਕਿ ਸਾਨੂੰ ਫਾਈਲਸ ਛੇਤੀ ਤੋਂ ਛੇਤੀ ਸਾਨੂੰ ਪਿੱਛੇ ਆਪਣੇ ਬੈਂਕਸ ਨੂੰ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਉਹਦਾ ਡਾਟਾ ਭੇਜਣਾ ਪੈਂਦਾ, ਤਾਂ ਸਾਨੂੰ ਪੈਸੇ ਆਉਂਦੇ ਨੇ। ਸੋ ਇਸ ਕਰਕੇ ਜਿਹੜਾ ਤੁਸੀਂ ਫਾਈਲਸ ਨੇ ਸਾਨੂੰ 20 ਦਿਨਾਂ ਦੇ ਵਿੱਚ ਹੈੱਡ ਆਫਿਸ ਪਹੁੰਚਣੀਆਂ ਚਾਹੀਦੀਆਂ ਨੇ। ਇਟ ਮੀਨਸ ਕਿ ਦੀਵਾਲੀ 4 ਨਵੰਬਰ ਦੀ ਆ, ਅਸੀਂ ਤੁਹਾਨੂੰ 25 ਨਵੰਬਰ ਤੱਕ ਟਾਈਮ ਦੇਵਾਂਗੇ ਕਿ ਤੁਸੀਂ 25 ਨਵੰਬਰ ਤੱਕ ਟੋਟਲ ਦੀਵਾਲੀ ਦੀ ਫਾਈਲਸ ਬਿਲਿੰਗ ਕਰਾ ਕੇ, ਚੱਕ ਕੇ ਫਾਈਲਸ ਨੂੰ ਕੰਪਲੀਟ ਕਰਕੇ, ਜੀਓ ਟੈਗਿੰਗ ਐਫਆਈਜ਼ ਕਰਕੇ ਔਰ ਸਿੰਕ ਕਰਕੇ ਸਿਸਟਮ ਦੇ ਵਿੱਚ ਤੁਸੀਂ 25 ਨਵੰਬਰ ਤੱਕ ਸਾਰੀਆਂ ਫਾਈਲ ਸੈਂਡ ਕਰਨੀਆਂ ਨੇ, ਸੋ ਦੈਟ ਤਾਂ ਹੀ ਤੁਸੀਂ ਇਨਸੈਂਟਿਵ ਲਈ ਐਲੀਜੀਬਲ ਹੋਵੋਗੇ। ਉਹਦਾ ਰੀਜ਼ਨ ਵੀ ਆ ਕਿ ਤੁਸੀਂ 25 ਤੱਕ ਕਰੋਗੇ ਤਾਂ ਅਸੀਂ ਤੁਹਾਨੂੰ ਉਹਦੀ ਓਡੀ ਲਿਸਟ 1 ਤਰੀਕ ਨੂੰ ਭੇਜਾਂਗੇ, ਤਾਂ ਹੀ ਦਸੰਬਰ 'ਚ ਪਹਿਲੀ ਕਲੈਕਸ਼ਨ ਹੋਊਗੀ। ਸੋ ਇਹਦੇ ਵਿੱਚ ਕੋਈ ਡਿਲੇਜ਼ ਐਕਸੈਪਟ ਨਹੀਂ ਕੀਤੀਆਂ ਜਾਣੀਆਂ। ਬ੍ਰਾਂਚ ਮੈਨੇਜਰਸ, ਟੈਰੀਟਰੀ ਮੈਨੇਜਰਸ, ਸਟੇਟ ਹੈਡਸ ਸਾਰੇ ਇਸ ਚੀਜ਼ ਨੂੰ ਫੋਲੋ ਕਰਨਗੇ ਕਿ ਜਿਹੜੀਆਂ ਫਾਈਲਸ ਦਾ 20 ਡੇਜ਼ ਦਾ ਟਾਈਮ ਟੋਟਲ ਦਿੱਤਾ ਗਿਆ, ਉਹ 20 ਡੇਜ਼ ਦੇ ਵਿੱਚ ਸਾਨੂੰ ਫਾਈਲ ਜਲੰਧਰ ਹੈੱਡ ਆਫਿਸ ਚਾਹੀਦੀ ਆ। ਔਰ ਇਹਨਾਂ ਛੋਟੀ ਛੋਟੀ ਚੀਜ਼ਾਂ ਨੇ, ਪਹਿਲਾਂ ਵੀ ਆਪਾਂ ਫੋਲੋ ਕਰਦੇ ਆਏ, ਪਰ ਦੀਵਾਲੀ 'ਤੇ ਬਹੁਤ ਜ਼ਿਆਦਾ ਧਿਆਨ ਦੇਣਾ ਕਿਉਂਕਿ ਬਲਕ ਦੇ ਵਿੱਚ ਕੰਮ ਹੋਊਗਾ। ਔਰ ਲੈਟਸ ਹੋਪ ਕਿ ਔਰ ਸਾਰੇ ਵਿਸ਼ ਕਰਦੇ ਹਾਂ ਕਿ ਕੰਮ ਅੱਛਾ ਹੋਵੇ, ਜ਼ਿਆਦਾ ਤੋਂ ਜ਼ਿਆਦਾ ਅਸੀਂ ਕੇਸਿਸ ਭਰੀਏ। ਥੈਂਕ ਯੂ ਸੋ ਮਚ। ਰੋਹਿਤ ਜੀ, ਕੁਛ ਇਹਦੇ ਵਿੱਚ ਮੈਂ ਕੁਛ ਛੱਡ ਗਿਆ ਹੋਵਾਂ ਤਾਂ ਰੋਹਿਤ ਜੀ ਜ਼ਰੂਰ ਐਡ ਕਰਨਗੇ। ਥੈਂਕ ਯੂ ਐਮਡੀ ਸਰ। ਇੱਕ ਛੋਟੀ ਜਿਹੀ ਆਪਾਂ ਇਹ ਵੀਡੀਓ ਬਣਾਉਣਾ ਚਾਹੁੰਦੇ ਸੀ ਤਾਂ ਕਿ ਦੀਵਾਲੀ ਦੇ ਕੋਲ ਤੁਹਾਨੂੰ ਇੱਕ ਮੈਸੇਜ ਜਾਵੇ ਅਤੇ ਤੁਹਾਨੂੰ ਦੱਸਿਆ ਜਾਵੇ ਕਿ ਕੀ ਆਪਾਂ ਐਕਸਪੈਕਟ ਕਰਦੇ ਹਾਂ, ਹੈੱਡ ਆਫਿਸ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ, ਐਮਡੀ ਸਰ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ। ਇਹਦੇ ਵਿੱਚ ਅਗਰ ਕੋਈ ਰੈਂਟਡ ਕੇਸ ਆਉਂਦਾ ਅਤੇ ਉਹ 10 ਸਾਲ ਪੁਰਾਣਾ ਹੈ, 15 ਸਾਲ ਪੁਰਾਣਾ, ਇਹਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਇੱਕ ਦੇ ਘਰ ਜਿੱਥੇ ਵੀ ਜਾਂਦੇ, ਕੋਈ ਵੀ ਭਾਵੇਂ ਰੈਂਟਡ ਹੋਵੇ, ਗੈਸ ਸਿਲੰਡਰ ਜ਼ਰੂਰ ਜਾਂਦਾ ਉਹਨਾਂ ਦੇ ਘਰ, ਅਤੇ ਗੈਸ ਸਿਲੰਡਰ ਦੀ ਕਾਪੀ ਉੱਤੇ ਉਹਨਾਂ ਦਾ ਐਡਰੈਸ ਲਿਖਿਆ ਹੁੰਦਾ, ਉਹਨਾਂ ਦਾ ਕਰੰਟ ਗੈਸ ਸਿਲੰਡਰ ਕਿੱਥੇ ਆਉਂਦਾ। ਅਗਰ ਤੁਸੀਂ ਉਹ ਐਫਆਈ ਦੇ ਦੌਰਾਨ ਉਹ ਚੀਜ਼ ਗੈਸ ਸਿਲੰਡਰ ਦੇਖੋ ਜਾਂ ਉਹਦੀ ਫਰੰਟ ਦੀ ਕਾਪੀ ਲੈ ਲਓ ਗੈਸ ਸਿਲੰਡਰ ਦੀ, ਕਿਉਂਕਿ ਉਹ ਹਮੇਸ਼ਾ ਕਰੰਟ ਐਡਰੈਸ 'ਤੇ ਹੀ ਗੈਸ ਸਿਲੰਡਰ ਜਾਂਦੇ ਆ, ਜਿੱਥੇ ਵੀ ਉਹ ਕਰਨਗੇ ਕਰੰਟ ਐਡਰੈਸ 'ਤੇ। ਅਗਰ ਤੁਸੀਂ ਉਹਦੀ ਕਾਪੀ ਲੈ ਲਓ ਤਾਂ ਬਹੁਤ ਵਧੀਆ ਚੀਜ਼ ਹੈ। ਉਸ ਤੋਂ ਬਾਅਦ ਸਿਬਲ ਚੈੱਕ ਤੁਸੀਂ ਦੀਵਾਲੀ 'ਤੇ ਜਿੰਨੇ ਵੀ ਕੇਸ ਹੋਣਗੇ ਔਨ ਦੀ ਸਪੋਟ 5 ਮਿੰਟ ਲੱਗਦੇ ਸਿਬਲ ਚੈੱਕ ਹੋਣ ਨੂੰ। ਅਸੀਂ ਇੱਥੇ ਬਹੁਤ ਵੱਡੀ ਟੀਮ ਬਿਠਾਈ ਹੋਈ ਹੈ। ਸਿਬਲ ਚੈੱਕ ਦਾ ਟੈਟ 5 ਤੋਂ 10 ਮਿੰਟ ਦੀਵਾਲੀ ਦੇ ਵਿੱਚ ਅਗਰ ਬਹੁਤ ਜ਼ਿਆਦਾ ਰਸ਼ ਹੋ ਜਾਏਗਾ ਤਾਂ ਵੀ 7 ਤੋਂ 8 ਮਿੰਟ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਏਗਾ। ਅਤੇ ਸਿਬਲ ਚੈੱਕ ਜ਼ਰੂਰੀ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ 20% ਤੋਂ ਲੈ ਕੇ 25% ਰਿਜੈਕਸ਼ਨ ਹੋ ਰਹੀਆਂ, ਅਤੇ ਸਾਨੂੰ ਉਸੇ ਵੇਲੇ ਪਤਾ ਚੱਲ ਜਾਂਦਾ ਕਿਹੜਾ ਮਾੜਾ ਕੇਸ ਹੈਗਾ ਵਾ, ਤਾਂ ਕਿ ਫਿਊਚਰ ਵਿੱਚ ਕਲੈਕਸ਼ਨ ਅਗਰ ਆਪਾਂ ਸੋਚਦੇ ਪਏ ਆਪਾਂ 98%, 99, 100% ਕਰਾਉਣੀ ਹੈ ਅਤੇ ਸਾਡੇ ਕੋਲ ਕੋਈ ਮਾੜੇ ਕੇਸ ਨਾ ਫੜੇ ਜਾਣ। ਇਸ ਕਰਕੇ ਸਿਬਲ ਰਿਜੈਕਸ਼ਨ ਬਹੁਤ ਜ਼ਰੂਰੀ ਹੈ, ਸਿਬਲ ਚੈੱਕ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਰਿਜੈਕਟਿਡ ਕੇਸ ਅਗਰ ਆਪਾਂ ਰਿਜੈਕਟ ਕਰਦੇ ਹਾਂ, ਉਸ ਤੋਂ ਬਾਅਦ ਬ੍ਰਾਂਚ ਮੈਨੇਜਰ ਅਗਰ ਸਾਨੂੰ ਉਸੇ ਟਾਈਮ ਕਾਲ ਕਰਕੇ ਕਹੇਗਾ ਕਿ ਆਪਾਂ ਅਪਰੂਵ ਕਰਨਾ, ਇਹ ਨਾ ਹੋਵੇ ਉਸ ਟਾਈਮ ਗੱਡੀ ਚਲੀ ਜਾਵੇ, ਆਪਾਂ ਰਿਜੈਕਟ ਕੇਸ ਦੀ ਕਾਲ ਕਰ ਦਈਏ, ਗੱਡੀ ਚਲੀ ਜਾਵੇ, ਉਸ ਤੋਂ 7 ਦਿਨਾਂ ਬਾਅਦ ਬ੍ਰਾਂਚ ਮੈਨੇਜਰ ਦਾ ਫੋਨ ਆਵੇ ਕਿ ਇਹ ਤਾਂ ਆਪਾਂ ਅਪਰੂਵ ਕਰਨਾ ਸੀ ਕੇਸ। ਅਗਰ ਤੁਸੀਂ ਅਪਰੂਵ ਕਰਵਾਉਣਾ ਉਸੇ ਵੇਲੇ ਤੁਸੀਂ ਕਰਵਾ ਸਕਦੇ ਹੋ ਫੋਨ ਕਰਨ 'ਤੇ, ਅਤੇ ਵਿਦ ਕੋਈ ਜੈਨੂਅਨ ਰੀਜ਼ਨ ਅਗਰ ਦੋਗੇ ਕਿ ਇਹਦੀ ਡੀਪੀ ਜ਼ਿਆਦਾ, ਇਹਦਾ ਕੁਛ ਰਿਲੇਟਿਵ ਹੈ, ਕਿਸੇ ਦਾ ਕੋਈ ਗਰੰਟੀ ਪਾ ਰਿਹਾ, ਅਤੇ ਉਸੇ ਵੇਲੇ ਸਾਨੂੰ ਅਗਰ ਨੌਲੇਜ 'ਚ ਲਿਆ ਦੋਗੇ ਤਾਂ ਬਹੁਤ ਚੰਗੀ ਗੱਲ ਹੈਗੀ। ਇਹ ਨਾ ਹੋਵੇ ਤੁਸੀਂ 1 ਮਹੀਨੇ ਬਾਅਦ ਜਾਂ 10 ਦਿਨਾਂ ਬਾਅਦ ਤੁਹਾਨੂੰ ਕਾਲ ਕਰਨ ਬ੍ਰਾਂਚ ਮੈਨੇਜਰਸ ਡੀਲਰ ਦੇ ਪ੍ਰੈਸ਼ਰ 'ਤੇ। ਜਾਂ ਵੈਸੇ LTV ਸਾਰਿਆਂ ਨੂੰ ਸਭ ਕੁਝ ਪਤਾ ਹੈ, LTV ਕਿਹੜੀ ਜਗ੍ਹਾ 'ਤੇ ਕਿੰਨੀ ਹੈਗੀ ਆ। ਆਪਾਂ ਦੇਖਿਆ ਜਾ ਰਿਹਾ ਕਿ LTV ਕਈ ਵਾਰੀ ਕਿਸੇ ਲੋਕੇਸ਼ਨ 'ਤੇ ਕਿਸੇ ਡੀਲਰ 'ਤੇ LTV ਜ਼ਿਆਦਾ ਹੋ ਜਾਂਦੀ ਹੈ। ਆਪਾਂ LTV 95, 99 'ਤੇ ਜਾਂ 98 'ਤੇ ਚੱਲ ਜਾਂਦੀ ਹੈ, ਉਹ ਚੀਜ਼ ਨਾ ਕਰਿਓ। ਆਪਾਂ ਪਿਛਲੀ ਦੀਵਾਲੀ 'ਚ ਦੇਖਿਆ ਸੀ ਕੁਛ ਕੇਸ 10 ਤੋਂ 20 ਕੇਸ ਇੱਦਾਂ ਦੇ ਭਰੇ ਗਏ ਸੀਗੇ। ਆਪਾਂ ਐਤਕੀ ਅਸੈਪਟ ਨਹੀਂ ਦੇਣੀ ਇੱਦਾਂ ਦੇ ਕੇਸਾਂ ਦੀ, ਆਪਾਂ ਰਿਜੈਕਟ ਕਰਾਂਗੇ। ਅਤੇ ਬ੍ਰਾਂਚ ਮੈਨੇਜਰ ਡੀਲਰ ਨੂੰ ਜੋ ਵੀ ਕਹੇਗਾ ਕਿ ਉਹ ਹੀ ਰਿਸਪੋਂਸੀਬਲ ਹੈਗਾ ਬ੍ਰਾਂਚ ਮੈਨੇਜਰ। ਉਸ ਤੋਂ ਬਾਅਦ ਰੇਟ ਆਫ ਇੰਟਰਸਟ ਸਾਰਿਆਂ ਨੂੰ ਡਿਫਾਈਨਡ ਹੈ। ਰੇਟ ਆਫ ਇੰਟਰਸਟ ਕਈ ਵਾਰੀ ਲੋ ਵੈਲਿਊ ਅਗਰ ਤੁਸੀਂ ਕਿਤੇ ਨੇ ਬ੍ਰਾਂਚ ਮੈਨੇਜਰ ਲਗਾਉਣੀ ਹੈ, ਕਿਸੇ ਜਗ੍ਹਾ 'ਤੇ ਕੋਈ ਕੇਸ ਸਪੈਸੀਫਿਕ ਆ, ਕੋਈ ਬ੍ਰਾਂਚ ਮੈਨੇਜਰ ਪ੍ਰੈਸ਼ਰ ਪੈਂਦਾ ਉਹਦੇ ਡੀਲਰ ਪ੍ਰੈਸ਼ਰ ਪੈਂਦਾ, ਉਹ ਤਾਂ ਕੋਈ ਰਿਲੇਟਿਵ ਹੈ, ਕੋਈ ਕੁਛ ਲਗਾਉਣੀ ਹੈ, ਇੱਕ ਕਾਲ ਕਰਕੇ ਹੈੱਡ ਆਫਿਸ ਨੂੰ ਜ਼ਰੂਰ ਇੰਟੀਮੇਸ਼ਨ ਕਰ ਦਿਓ ਕਿ ਆਪਾਂ ਇੱਥੇ ਇਸ ਪਰਟੀਕੂਲਰ ਕੇਸ ਦੇ ਵਿੱਚ, ਤਾਂ ਕਿ ਉੱਥੇ ਨੋਟ ਲਗਾ ਦਿੱਤਾ ਜਾਵੇ ਕਿ ਆਪਾਂ ਲੋ ਰੇਟ ਆਫ ਇੰਟਰਸਟ 'ਤੇ ਇਹ ਚੀਜ਼ ਕਰਨੀ ਹੈ, ਤਾਂ ਕਿ ਹੈੱਡ ਆਫਿਸ ਦੀ ਨੌਲੇਜ 'ਚ ਹੋਵੇ। ਉਸ ਤੋਂ ਬਾਅਦ FI ਜਿਹੜੀ ਹੈਗੀ ਹੈ ਜੀਓ ਟੈਗ ਜ਼ਰੂਰ ਕਰੋ, ਭਾਵੇਂ ਦੀਵਾਲੀ ਦੇ ਬਾਅਦ ਉੱਥੇ ਰਸ਼ ਬਹੁਤ ਹੁੰਦਾ। ਉਸ ਤੋਂ ਬਾਅਦ ਤੁਸੀਂ ਜਾ ਕੇ ਕਸਟਮਰ ਦੇ ਘਰ 'ਤੇ ਜਾ ਕੇ ਜੀਓ ਟੈਗ ਜ਼ਰੂਰ ਕਰਨੀ ਹੈ। ਜੀਓ ਟੈਗ ਦੇ ਬਹੁਤ ਬੈਨੀਫਿਟ ਹੈਗੇ ਆ ਕੰਪਨੀ ਨੂੰ ਵੀ ਅਤੇ ਤੁਹਾਨੂੰ ਵੀ, ਸਾਨੂੰ ਵੀ ਪਤਾ ਚੱਲਦਾ ਤੁਸੀਂ ਕਸਟਮਰ ਦੇ ਘਰ ਉੱਥੇ ਐਗਜ਼ੈਕਟ ਵਿਜ਼ਿਟ ਹੋਈ ਸੀ। ਅਤੇ ਜੀਓ ਟੈਗ ਤੁਸੀਂ ਜ਼ਰੂਰ ਕਰਨੀ ਹੈ, ਚਾਹੇ ਉਹ ਦੀਵਾਲੀ ਤੋਂ ਬਾਅਦ 2 ਦਿਨ, 3 ਦਿਨ, 4 ਦਿਨ, 5 ਦਿਨ, ਬਟ ਜੀਓ ਟੈਗ ਜ਼ਰੂਰ ਹੋ ਜਾਵੇ। ਇਹ ਚੀਜ਼ ਮਸਟ ਹੈ, ਕਸਟਮਰ ਦੇ ਘਰ ਦੀ ਕਲੀਅਰ ਪਿਕਚਰ ਪਾਉਣੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਫਾਈਲਾਂ ਚੱਕਣੀਆਂ, ਫਾਈਲਾਂ ਆਪਾਂ ਜਦੋਂ ਡੀਲਰ ਤੋਂ
ਬ੍ਰਾਂਚ ਦੇ ਵਿੱਚ ਲੈ ਕੇ ਆਉਣੀਆਂ, ਉਹ ਤੁਸੀਂ ਦੇਖ ਲਿਓ 10 ਤੋਂ 15 ਦਿਨ ਦੇ ਵਿੱਚ ਡੀਲਰ ਤੋਂ ਬ੍ਰਾਂਚ ਦੇ ਵਿੱਚ ਤੁਸੀਂ ਚੱਕ ਕੇ ਲੈ ਆਓ, ਤਾਂ ਕਿ 4-5 ਦਿਨਾਂ 'ਚ ਕੋਡ ਲਗਾ ਕੇ ਤੁਸੀਂ ਹੈੱਡ ਆਫਿਸ ਉੱਤੇ ਫਾਈਲਾਂ ਵਾਪਸ ਤੁਸੀਂ ਪਹੁੰਚਾ ਸਕੋ ਟਾਈਮ 'ਤੇ। ਅਤੇ ਇਹ ਬਹੁਤ ਜ਼ਰੂਰੀ ਕੋਲ ਲੈਂਡਿੰਗ ਦੇ ਕੇਸਿਸ ਹੈਗੇ ਆ। ਆਪਾਂ ਅੱਗੇ ਡਾਟਾ ਸ਼ੇਅਰ ਕਰਨਾ, ਤਾਂ ਸਾਨੂੰ 20 ਤੋਂ 21-22 ਦਿਨਾਂ ਦੇ ਵਿੱਚ ਸਾਨੂੰ ਫਾਈਲ ਜ਼ਰੂਰ ਚਾਹੀਦੀ ਹੈ। ਤੁਸੀਂ ਇਹ ਮੇਕ ਸ਼ੋਰ ਕਰਿਓ ਕਿ ਦੀਵਾਲੀ ਦੀ ਫਾਈਲਾਂ ਸਾਨੂੰ 25 ਤਰੀਕ ਤੱਕ ਜ਼ਰੂਰ ਹੈੱਡ ਆਫਿਸ ਵਿੱਚ ਆ ਜਾਣ, ਜੋ ਕਿ ਜ਼ਰੂਰੀ ਹੈ ਬਹੁਤ ਜ਼ਿਆਦਾ। ਠੀਕ ਹੈ ਸਰ, ਥੈਂਕ ਯੂ ਸੋ ਮਚ, ਥੈਂਕ ਆਲ ਯੂ ਦਾ ਸੋ ਬੈਸਟ ਮਚ, ਆਲ ਸਾਰਿਆਂ ਦੀ ਨੂੰ। ਬੈਸਟ ਦੀਵਾਲੀ ਵਾਸਤੇ। ਦੀਵਾਲੀ ਦਾ ਜ਼ਰੂਰ ਮਿਹਨਤ ਕਰੋ, ਦਿਨ ਰਾਤ ਇੱਕ ਕਰੋ, ਤਾਂ ਕਿ ਕੰਪਨੀ ਦੀ ਗਰੋਥ ਹੋਵੇ ਅਤੇ ਸਾਡੀ ਵੀ ਗਰੋਥ ਹੋਵੇ, ਅਤੇ ਆਪਾਂ ਜੋ ਟਾਰਗੇਟ ਸੈੱਟ ਕੀਤੇ ਆ ਉਹ ਟਾਰਗੇਟ ਜ਼ਰੂਰ ਅਚੀਵ ਕਰੋ। ਥੈਂਕ ਯੂ। ਥੈਂਕ ਯੂ।